वाहिगुरु 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 वाहिगुरु। वाहिगुरु जी का खालसा वाहिगुरु जी की फतेह। सतनाम धन वाहिगुरु जी। जन्म मरण दो मैं नाही, जन परोपकारी आए। जी दान दे भगति लायन, हर स्यों लैन मिलाए। धन 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 जन आया, जिस प्रसाद सब जगत तराया। जिस प्रसाद सब जगत तराया। जिन गुरमुख नाम ध्याया, आए ते परवान। नानक कुल उधारे अपना, दरगाह पावैं मान। नानक कुल उधारे अपना, दरगाह पावैं मान। जागदी जोत रूहानी ज्ञान दे मुजस्मे, बाणी के बोहित धन धन साहिब श्री गुरु ग्रंथ साहब महाराज जी की पावन हजूरी विच जुड़ बैठे सतसंगी जनों, सतगुरां दी अपार किरपा सदका अमृत वेले गुरु घर दे विच जुड़ बैठन दा सुभाग समा प्राप्त होया है। अज आपां भाई मोती राम मेहरा जी, क्योंकि उन्होंने सादत का दिहाड़ा मन्निया जाता है 30 तारीख नूं। सो जितनियां भी संगतां गुर दरबार दे विच हाज़रियां भर रहीआं हन, आओ उन्हां दा पिछोकड़ जीवन इतिहास एक किवें उन्होंने कीता, किहो जी भावना सी भाई मोती राम मेहरा जी दी। सो जिहड़ियां संगतां इतिहास तो जाणू हन, भागां वालियां हन, जिन्हां ने भाई साहब का इतिहास बाबा मोती राम मेहरा का नहीं अजे तक सरवण किया, आओ अज आपां उस इतिहास के नाल जुड़ते हाँ। उन्हां दा परिवार गुरु घर दे नाल की संबंध से इस परिवार का, सो मनोवृत्तियां एकाग्र करके गुरु साहब जी दे चरनां विच झुकाओ सीस फतेह दी सांझ करो। आखो जी वाहिगुरु जी का खालसा वाहिगुरु जी की फतेह। जदों तुसी
ਫਤਿਹਗੜ੍ਹ ਸਾਹਿਬ ਜਾਓਗੇ ਤਾਂ ਜਿਹੜੀਆਂ ਸੰਗਤਾਂ ਦਰਸ਼ਨ ਕਰਕੇ ਆਈਆਂ, ਉੱਥੇ ਮੋਤੀ ਰਾਮ ਮਹਿਰਾ ਜੀ ਦਾ ਗੁਰਦੁਆਰਾ ਬਣਿਆ, ਜਿੱਥੇ ਲਿਖਿਆ ਧੰਨ ਮੋਤੀ ਰਾਮ ਪੁੰਨ ਕਮਾਇਆ, ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ। ਇਹ ਮੋਟੇ ਅੱਖਰਾਂ 'ਚ ਲਿਖਿਆ ਮੇਨ ਗੇਟ ਦੇ ਉੱਤੇ, ਧੰਨ ਮੋਤੀ ਰਾਮ ਜਿਨ ਪੁੰਨ ਕਮਾਇਆ, ਗੁਰ ਲਾਲਾ ਤਾਈਂ ਦੁੱਧ ਪਿਲਾਇਆ। ਇਹ ਕੋਈ ਛੋਟੀ ਘਟਨਾ ਨਹੀਂ ਸੀ। ਭਾਈ ਮੋਤੀ ਰਾਮ ਮਹਿਰਾ ਜੀ ਦਾ ਜਨਮ 1677 ਈਸਵੀ ਦੇ ਵਿੱਚ ਪਿੰਡ ਸੰਗਤਪੁਰ, ਮਾਤਾ ਲੱਦੋ ਜੀ, ਪਿਤਾ ਹਰਾ ਰਾਮ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦਾ ਵਿਆਹ ਬੀਬੀ ਭੋਲੀ ਨਾਲ ਹੋਇਆ। ਆਪ ਜੀ ਦੇ ਇੱਕ ਪੁੱਤਰ ਸੀ। ਆਪ ਜੀ ਦੇ ਭਰਾ ਭਾਈ ਹਿੰਮਤ ਸਿੰਘ ਜੀ ਦੇ, ਆਪ ਜੀ ਦੇ ਜੋ ਪਿਤਾ ਜੀ ਸਨ, ਭਾਈ ਹਿੰਮਤ ਸਿੰਘ ਜੀ ਦੇ ਵੱਡੇ ਭਰਾਤਾ ਸਨ। ਭਾਵ ਕਿ ਮੋਤੀ ਰਾਮ ਮਹਿਰਾ ਦੇ ਚਾਚਾ ਜੀ ਲੱਗਦੇ ਸਨ ਭਾਈ ਹਿੰਮਤ ਸਿੰਘ, ਜੋ 5 ਪਿਆਰਿਆਂ ਵਿੱਚੋਂ ਸੀ। ਇੱਕ ਵਾਰੀ ਭਾਈ ਹਰਾ ਰਾਮ ਜੀ ਜਦੋਂ ਅਨੰਦਪੁਰ ਸਾਹਿਬ ਕਈ ਵਾਰੀ ਝੜਪਾਂ ਹੁੰਦੀਆਂ ਸਨ ਤੇ ਕੁਝ ਰਸਦ ਲੈ ਕੇ, ਔਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਆਇਆ ਸੀ, ਉਸ ਵੇਲੇ ਜਦੋਂ ਰਸਮ ਦੀ ਅਦਾਇਗੀ ਹੋਈ ਸੀ, ਉਸ ਵੇਲੇ ਤੋਂ ਹੀ ਉਹ ਗੁਰੂ ਘਰ ਦੇ ਵਿੱਚ ਰਹਿੰਦੇ ਸਨ, ਸੇਵਾ ਕਰਦੇ ਸਨ। ਆਪ ਜੀਆਂ ਦੇ ਪਿਤਾ ਦਾ ਜੋ ਕੰਮ ਸੀ ਉਹ ਲਾਂਗਰੀ ਦਾ ਕੰਮ ਸੀ। ਸਰਕਾਰੀ ਜੋ ਕੈਦਖਾਨੇ ਹੁੰਦੇ ਸਨ, ਜਿਨ੍ਹਾਂ ਦੇ ਵਿੱਚ ਹਿੰਦੂ ਕੈਦੀ ਰੱਖੇ ਜਾਂਦੇ ਸਨ, ਉਹਨਾਂ ਦੇ ਇੰਚਾਰਜ ਹੋਇਆ ਕਰਦੇ ਸਨ ਆਪ ਜੀ ਦੇ ਪਿਤਾ ਜੀ ਹਰਾ ਰਾਮ। ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ। ਜਦ ਆਪ ਜੀ 17 ਸਾਲਾਂ ਦੇ ਹੋਏ, ਉਸ ਵੇਲੇ ਆਪ ਜੀ ਦੇ ਪਿਤਾ ਜੀ ਅਨੰਦਪੁਰ ਸਾਹਿਬ ਗਏ ਤੇ ਅਨੰਦਪੁਰ ਸਾਹਿਬ ਜਾ ਕੇ ਗੱਡਾ ਲੈ ਕੇ ਗਏ ਸਨ ਰਸਦ ਦਾ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਸਿੱਖ ਸੰਗਤਾਂ ਜਦੋਂ ਅਨੰਦਪੁਰ ਸਾਹਿਬ ਦੇ ਉੱਤੇ ਬਾਰ-ਬਾਰ ਚੜ੍ਹਾਈਆਂ ਹੋਣ ਲੱਗ ਪਈਆਂ, ਤਾਂ ਹਰ ਇੱਕ ਗੁਰੂ ਘਰ ਦਾ ਜਿਹੜਾ ਸ਼ਰਧਾਲੂ ਸੇਵਕ ਸੀ, ਉਹ ਸਮਾਂ ਸਿਰ ਕੁਝ ਨਾ ਕੁਝ ਰਸਤਾ ਵਸਤਾ ਲੈ ਕੇ ਅਨੰਦਪੁਰ ਸਾਹਿਬ ਸੰਗਤਾਂ ਜਾਂਦੀਆਂ ਰਹਿੰਦੀਆਂ ਸਨ। ਤਾਂ ਆਪ ਜੀ ਉਸ ਵੇਲੇ ਭਾਈ ਹਰਾ ਰਾਮ ਜੀ, ਜੋ ਆਪ ਜੀ ਦੇ ਪਿਤਾ ਜੀ ਨੇ, ਉਹ ਅਨੰਦਪੁਰ ਸਾਹਿਬ ਜਾਂਦੇ ਹਨ ਔਰ ਉੱਥੇ ਹੀ ਟਿਕ ਜਾਂਦੇ ਹਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। ਉੱਥੇ ਹੀ ਆਪ ਜੀ ਦੇ ਚਾਚਾ ਭਾਈ ਹਿੰਮਤ ਸਿੰਘ ਜੀ, ਜੋ 5 ਪਿਆਰਿਆਂ ਵਿੱਚੋਂ ਇੱਕ ਪਿਆਰੇ ਹਨ, ਉਹ ਵੀ ਉੱਥੇ ਹੀ ਰਹਿੰਦੇ ਹਨ, ਗੁਰੂ ਸਾਹਿਬ ਦੀ ਸੇਵਾ ਵਿੱਚ ਰਹਿੰਦੇ ਹਨ। ਜਦੋਂ 17 ਸਾਲਾਂ ਦੇ ਆਪ ਹੋਏ ਤੇ ਆਪ ਜੀ ਵਜ਼ੀਰ ਖਾਨ ਦੇ ਕੈਦੀਆਂ ਲਈ, ਜਿਹੜੇ ਹਿੰਦੂ ਕੈਦੀ ਨੇ, ਉਹਨਾਂ ਦੇ ਲੰਗਰ ਦੀ ਜਿਹੜੀ ਸੇਵਾ ਹੈ ਉਹਦੇ ਇੰਚਾਰਜ ਬਣ ਜਾਂਦੇ ਹਨ। ਲਾਂਗਰੀ ਦੀ ਸੇਵਾ ਉਹਨਾਂ ਨੂੰ ਉੱਥੇ ਪ੍ਰਾਪਤ ਹੁੰਦੀ ਹੈ। ਆਪ ਜੀ 17 ਸਾਲ ਦੀ ਉਮਰ ਤੋਂ 1677 ਦੇ ਵਿੱਚ ਆਪ ਜੀ ਦਾ ਜਨਮ ਹੋਇਆ। 17 ਸਾਲ ਦੀ ਉਮਰ ਜਦੋਂ ਆਪ ਜੀ ਦੀ ਹੋਈ, ਉਸ ਵੇਲੇ ਆਪ ਜੀ ਸਰੰਦ ਵਜ਼ੀਰ ਖਾਨ ਦੇ ਕੋਲ ਲਾਂਗਰੀ ਦੀ ਸੇਵਾ ਜਿਹੜੀ ਹੈ, ਲਾਂਗਰੀ ਦੀ ਨੌਕਰੀ ਪ੍ਰਾਪਤ ਹੋ ਜਾਂਦੀ ਹੈ ਔਰ ਹੌਲੀ ਹੌਲੀ ਜੋ ਹਿੰਦੂ ਕੈਦੀ ਨੇ ਉਹਨਾਂ ਦੇ ਲੰਗਰ ਦੇ ਇੰਚਾਰਜ ਬਣ ਜਾਂਦੇ ਹਨ। ਇਹ ਪਰਿਵਾਰ ਦਾ ਪਿਛੋਕੜ ਹੈ। ਗੁਰੂ ਘਰ ਦੇ ਨਾਲ ਅਥਾ ਪਿਆਰ ਕਰਦੇ ਨੇ, ਕਿਉਂਕਿ ਆਪ ਜੀ ਦੇ ਪਿਤਾ ਜੀ ਜ਼ਿਆਦਾ ਸਮਾਂ ਅਨੰਦਪੁਰ ਸਾਹਿਬ ਦੇ ਵਿੱਚ ਹੀ ਰਹਿੰਦੇ ਹਨ। ਭਾਈ ਹਰਾ ਰਾਮ ਜਦੋਂ 1699 ਦੀ ਵਿਸਾਖੀ ਨੂੰ ਅੰਮ੍ਰਿਤ ਸੰਚਾਰ ਹੋਇਆ, ਅੰਮ੍ਰਿਤ ਛਕ ਕੇ ਹਰਾ ਸਿੰਘ ਬਣ ਗਏ ਸਨ ਔਰ ਅਨੰਦਪੁਰ ਸਾਹਿਬ ਦੀ ਜੰਗਾਂ ਦੇ ਵਿੱਚ ਆਪ ਜੀ ਦੇ ਪਿਤਾ ਨੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ। ਜਦੋਂ ਆਪਾਂ ਸਾਰੀ ਘੜੀਆਂ ਦੇਖਦੇ ਹਾਂ, ਇਤਿਹਾਸ ਦੇ ਪੱਖ ਦੇਖਦੇ, ਸਾਨੂੰ ਪਤਾ ਲੱਗਦਾ ਹੈ ਵੀ
ਕਈ ਚੀਜ਼ਾਂ ਆਪਾਂ ਨੂੰ ਲੱਗਦੀਆਂ ਵੀ ਇਹ ਅਚਨਚੇਤ ਹੋਇਆ, ਨਹੀਂ। ਉਹਦਾ ਜਿਹੜਾ ਬੈਕਗਰਾਊਂਡ ਜਦੋਂ ਆਪਾਂ ਚੈੱਕ ਕਰਦੇ ਫਿਰ ਪਤਾ ਲੱਗਦਾ ਵੀ ਉਹ ਇਤਿਹਾਸ ਨਾਲ ਕਿਵੇਂ ਕੜੀਆਂ ਜੁੜੀਆਂ ਹੋਈਆਂ। ਸੋ ਜਦੋਂ ਇਤਿਹਾਸ ਦਾ ਮੈਂ ਹੋਰ ਇੱਕ ਦੋ ਪੱਖ, ਕਿਉਂਕਿ ਜਦੋਂ ਮੋਤੀ ਰਾਮ ਮਹਿਰਾ ਜੀ ਦਾ ਇਤਿਹਾਸ ਮੈਂ ਲੱਭਣ ਦਾ ਯਤਨ ਕਰ ਰਿਹਾ ਸੀ, ਕਿਉਂਕਿ ਇਤਿਹਾਸ ਪਹਿਲਾਂ ਦਾਸ ਨੇ ਵੀ ਨਹੀਂ ਪੜ੍ਹਿਆ ਸੀ, ਕਿਉਂਕਿ ਹਰ ਇੱਕ ਚੀਜ਼ ਨਵੀਂ ਖੋਜ ਕਰਨੀ ਪੈਂਦੀ ਹੈ, ਇਤਿਹਾਸ ਦੇ ਹਰ ਇੱਕ ਪੱਖ ਲੱਭਣੇ ਪੈਂਦੇ ਨੇ। ਸੁਣੀ ਸੁਣਾਈ ਗੱਲਾਂ ਤਾਂ ਆਪਾਂ ਆਮ ਸੁਣਾ ਦਿੰਦੇ, ਪਰ ਉਹਦੇ ਵਿੱਚ ਕੋਈ ਆਨੰਦ ਨਹੀਂ ਜਦ ਤੱਕ ਤੁਹਾਨੂੰ ਪੂਰਾ ਬੈਕਗਰਾਊਂਡ ਨਾ ਪਤਾ ਹੋਵੇ, ਤੁਹਾਨੂੰ ਸਾਰੀਆਂ ਲਿਖਤਾਂ ਨਾ ਪਤਾ ਹੋਣ, ਕਿਹੜੀ ਲਿਖਤ ਵਿੱਚ ਕੀ ਲਿਖਿਆ ਹੋਇਆ ਔਰ ਕਿਹੜੇ ਕਿਹੜੇ ਵਿਦਵਾਨਾਂ ਨੇ ਹਵਾਲੇ ਦਿੱਤੇ ਹੋਏ ਨੇ। ਸੋ ਜਿੱਥੇ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਮੋਤੀ ਰਾਮ ਮਹਿਰਾ ਦਾ ਕਾਫੀ ਜ਼ਿਕਰ ਆਇਆ, ਹੋਰ ਜਿਹੜੇ ਇਤਿਹਾਸਕਾਰ ਨੇ ਗੁਰਸੋਭਾ ਦੇ ਵਿੱਚ ਭਾਈ ਮੋਤੀ ਰਾਮ ਮਹਿਰਾ ਜੀ ਦਾ ਜ਼ਿਕਰ ਆਇਆ, ਉੱਥੇ ਆਪ ਜੀ ਦੇ ਬਾਰੇ ਲਿਖਿਆ ਗਿਆ, ਕਹਿੰਦੇ ਹਿੰਮਤ ਸਿੰਘ ਆਪ ਜੀ ਦੇ ਚਾਚਾ ਲੱਗਦੇ ਸਨ, ਜੋ 5 ਪਿਆਰਿਆਂ ਵਿੱਚੋਂ ਇੱਕ ਸਨ। ਔਰ ਇਸ ਤਰੀਕੇ ਦੇ ਨਾਲ ਜਦੋਂ ਭਾਈ ਹਿੰਮਤ ਸਿੰਘ, ਜਦੋਂ ਖਾਲਸਾ ਸਾਜਨਾ ਹੋਈ ਤੇ ਉੱਥੇ ਸਿਰ ਦੇਣ ਵਾਸਤੇ ਭਾਈ ਹਿੰਮਤ ਸਿੰਘ ਕੌਣ ਸਨ, ਜੇ ਇਹਨਾਂ ਦਾ ਬੈਕਗਰਾਊਂਡ ਦੇਖੋਗੇ ਨਾ, ਅਸਲ ਵਿੱਚ ਛੱਜੂ ਚੀਵਰ ਜਿਹੜੇ ਨੇ ਉਹਨਾਂ ਦੇ ਪੋਤਰੇ ਸਨ ਭਾਈ ਚੀਵਰ। ਛੱਜੂ ਚੀਵਰ ਜਿਹੜਾ ਹੋਇਆ ਨਾ, ਕੌਣ ਹੋਇਆ? 8ਵੇਂ ਪਾਤਸ਼ਾਹ ਵੇਲੇ ਜਦੋਂ ਗੁਰੂ ਸਾਹਿਬ ਜੀ ਪੰਜੋਗੜੇ ਦੀ ਧਰਤੀ 'ਤੇ ਆਉਂਦੇ ਨੇ, ਉਸ ਧਰਤੀ 'ਤੇ ਛੱਜੂ ਚੀਵਰ ਨੂੰ ਜਿਹੜਾ ਲਾਲਚੰਦ ਬ੍ਰਾਹਮਣ ਹੈ ਉਹ ਲੈ ਕੇ ਆਉਂਦਾ, ਮਹਾਰਾਜ ਗੀਤਾ ਦੇ ਅਰਥ ਐਸਟੇ ਕਰਾਓ। ਇਹ ਉਸ ਪਰਿਵਾਰ 'ਚੋਂ ਹੈ। ਤੁਹਾਨੂੰ ਪਿਛੋਕੜ ਮੈਂ ਤਾਂ ਦੱਸ ਰਿਹਾ ਤਾਂ ਕਿ ਸਾਨੂੰ ਪਤਾ ਹੋਵੇ ਵੀ ਇਹ ਕੋਈ ਆਮ ਨਹੀਂ, ਬੜੇ ਗੁਰੂ ਘਰ ਦੇ ਬੜੇ ਨਾਮੀ ਸਿੱਖਾਂ ਵਿੱਚੋਂ ਨੇ ਜਿਨ੍ਹਾਂ ਨੇ ਵਾਕਈ ਸਿੱਖੀ ਨੂੰ ਕਮਾਇਆ। ਛੱਜੂ ਚੀਵਰ ਦਾ ਪੋਤਰਾ ਪਾਓ ਕਿ ਭਾਈ ਹਿੰਮਤ ਸਿੰਘ ਔਰ ਪੋਤਰਾ ਭਾਈ ਹਰਾ ਰਾਮ, ਇਹ ਉਹਨਾਂ ਦੇ ਅੱਗੇ ਪੁੱਤਰ ਨੇ। ਇਤਿਹਾਸ ਦੀ ਕੜੀ ਸਮਝ ਆ ਗਈ? ਇਹ ਇਤਿਹਾਸ ਦੀ ਇਹਨਾਂ ਦੀ ਕੜੀ ਹੈ, ਇਸ ਕਰਕੇ ਇਹਨਾਂ ਨੂੰ ਅਮਰ ਸ਼ਹੀਦਾਂ ਵਿੱਚੋਂ ਗਿਣਿਆ ਜਾਂਦਾ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਕਿ ਭਾਈ ਮੋਤੀ ਰਾਮ ਮਹਿਰਾ ਉਹਨਾਂ ਅਮਰ ਸ਼ਹੀਦਾਂ ਵਿੱਚੋਂ ਨੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸਾਰੀ ਘਟਨਾ ਦਾ ਪਤਾ ਲੱਗਿਆ ਸੀ ਨਾ ਕਿ ਮੋਤੀ ਰਾਮ ਮਹਿਰਾ ਨੇ ਦੁੱਧ ਦੀ ਸੇਵਾ ਕੀਤੀ ਹੈ, ਤਾਂ ਗੁਰੂ ਸਾਹਿਬ ਨੇ ਆਖਿਆ ਸੀ ਜਿੱਥੇ ਕਹਿੰਦੇ ਸਾਡਾ ਸੱਚਖੰਡ ਨਿਵਾਸ ਹੋਏਗਾ, ਨਾਲ ਤੇਰਾ ਵੀ ਉੱਥੇ ਹੀ ਨਿਵਾਸ ਹੋਏਗਾ। ਇਹ ਅਸੀਸਾਂ ਮਹਾਰਾਜ 10ਵੇਂ ਪਾਤਸ਼ਾਹ ਨੇ ਦਿੱਤੀਆਂ ਸਨ। ਸੋ ਇਹ ਘਟਨਾ ਦੀ ਜਦੋਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਕੈਦ ਵਿੱਚ ਬੰਦ ਹਨ, ਇਤਿਹਾਸ ਦੀ ਇੱਕ ਹੋਰ ਨਵੀਂ ਘਟਨਾ ਅੱਜ ਮੈਂ ਪੜ੍ਹ ਰਿਹਾ ਸੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਵੀ ਜਦ ਤੁਸੀਂ ਕਿਤਾਬਾਂ ਫਰੋਲੋ, ਗ੍ਰੰਥ ਫਰੋਲੋ ਤੇ ਕਈ ਨਵੀਂ ਚੀਜ਼ਾਂ ਲੱਭ ਜਾਂਦੀਆਂ ਨੇ। ਕਹਿੰਦੇ ਨੇ ਵੈਸੇ ਤਾਂ ਮੋਤੀ ਰਾਮ ਮਹਿਰਾ ਨੂੰ ਡਿਊਟੀ ਲਾਈ ਗਈ ਸੀ ਵੀ ਤੂੰ ਜਾ ਕੇ ਲੰਗਰ ਪ੍ਰਸਾਦਾ ਛਕਾਣਾ ਹੈ, ਪਰ ਗੁਰੂ ਸਾਹਿਬ ਜੀ ਦੀ ਮਾਤਾ ਤੇ ਸਾਹਿਬਜ਼ਾਦਿਆਂ ਨੇ ਕਹਿ ਦਿੱਤਾ ਸੀ ਕਿ ਅਸੀਂ ਮਲੇਛਾਂ ਦੇ ਘਰ ਦਾ ਖਾਣਾ ਨਹੀਂ ਖਾਣਾ। ਇਹ ਮਲੇਛ ਨੇ, ਇਹ ਸਹੀ ਬੰਦੇ ਨਹੀਂ ਹਨ, ਅਸੀਂ ਮਲੇਛਾਂ ਦੇ ਘਰ ਦਾ ਖਾਣਾ ਨਹੀਂ ਖਾਣਾ, ਸਾਨੂੰ ਗੁਰੂ ਪਿਤਾ ਜੀ ਦਾ ਹੁਕਮ ਨਹੀਂ ਹੈ। ਉਹ ਸੋਚੀ ਪੈ ਗਿਆ। ਜਦੋਂ ਘਰ ਜਾਂਦਾ ਹੈ, ਘਰ ਦੇ ਵਿੱਚ ਮਾਤਾ ਲੱਧੋ ਜੀ ਨੇ ਤੇ ਪਤਨੀ ਭੋਲੀ ਹੈ, ਬੜਾ ਨਿਰਾਸ਼ ਹੈ। ਜਿੱਥੇ ਅੱਜ ਉਸ ਦਾ ਗੁਰਦੁਆਰਾ ਬਣਿਆ ਉੱਥੇ ਹੀ ਮੋਤੀ ਰਾਮ ਮਹਿਰਾ ਦਾ ਉੱਥੇ ਨਿਵਾਸ ਸਥਾਨ ਹੁੰਦਾ ਸੀ, ਘਰ ਹੁੰਦਾ ਸੀ, ਜਿੱਥੇ ਉਹ ਰਹਿੰਦਾ ਸੀ, ਨਿਵਾਸ ਰੱਖਿਆ ਹੋਇਆ ਸੀ। ਜਦੋਂ ਬੜਾ ਚਿੰਤਾਤੁਰ ਹੈ ਤੇ ਇੱਕ ਗੱਲ ਪੁੱਛੀ ਬੀਬੀ ਭੋਲੀ ਨੇ ਕਿ ਅੱਜ ਬੜੇ ਨਿਰਾਸ਼ ਹੋ, ਕੀ ਗੱਲ ਹੈ? ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਵਜੀਦੇ ਨੇ ਠੰਡੇ ਬੁਰਜ ਵਿੱਚ ਕੈਦ ਕੀਤੇ ਹੋਏ ਨੇ। ਮੈਂ ਇੰਚਾਰਜ ਹਾਂ। ਹਿੰਦੂ ਜਿਹੜੇ ਕੈਦੀ ਆਉਂਦੇ ਨੇ ਜਾਂ ਜਿਹੜੇ ਕੈਦੀ ਮੁਸਲਮਾਨ ਹੁੰਦੇ ਹਨ ਉਹਨਾਂ ਦਾ ਇੰਚਾਰਜ ਹੋਰ ਸੀ, ਜਿਹੜੇ ਹੋਰ ਕੈਦੀ ਸਨ ਉਹਨਾਂ ਦੇ ਇੰਚਾਰਜ ਸਨ ਭਾਈ ਮੋਤੀ ਰਾਮ ਮਹਿਰਾ। ਕੈਦੀਆਂ ਨੂੰ ਲੰਗਰ ਦੇਣ ਦਾ ਕੰਮ ਸੀ। ਕਹਿੰਦੇ ਮੈਂ ਬੇਨਤੀ ਕੀਤੀ ਸੀ ਮਾਤਾ ਜੀ ਨੂੰ, ਮਾਤਾ ਜੀ ਨੇ ਆਖਿਆ ਕਹਿੰਦੇ ਮੈਂ ਮਲੇਛਾਂ ਦਾ ਲੰਗਰ ਪ੍ਰਸਾਦਾ ਅਸੀਂ ਨਹੀਂ ਛਕਣਾ। ਤੇ ਨਾਲ ਮੋਤੀ ਰਾਮ ਮਹਿਰਾ ਨੇ ਆਪਣੀ ਪਤਨੀ ਨੂੰ ਤੇ ਮਾਤਾ ਲੱਧੋ ਨੂੰ ਆ ਕੇ ਦੱਸਿਆ, ਮਾਤਾ ਜੀ ਗੁਰੂ ਮਾਂ ਅਤੇ ਜਿਹੜੇ ਸਾਹਿਬਜ਼ਾਦੇ ਨੇ ਉਹ ਭੁੱਖੇ ਬੜੇ ਨੇ ਔਰ ਮੇਰੇ ਕੋਲੋਂ ਦੇਖਾ ਨਹੀਂ ਜਾ ਰਿਹਾ, ਤੇ ਦੂਜੇ ਪਾਸੇ ਉਹਨਾਂ ਨੇ ਪ੍ਰਸਾਦਾ ਛਕਣ ਨੂੰ ਨਾ ਕਰ ਦਿੱਤੀ ਹੈ ਵੀ ਅਸੀਂ ਮਲੇਛਾਂ ਦਾ ਪ੍ਰਸਾਦਾ ਨਹੀਂ ਛਕਣਾ।
ਤੇ ਪਤਨੀ ਨੇ ਆਖਿਆ ਜੇ ਉਹ ਪ੍ਰਸਾਦਾ ਨਹੀਂ ਛਕਣਗੇ ਤੇ ਆਪਣੇ ਘਰੋਂ ਆਪਾਂ ਦੁੱਧ ਤਿਆਰ ਕਰਕੇ ਤੁਸੀਂ ਦੁੱਧ ਲੈ ਕੇ ਜਾਓ। ਤਾਂ ਉਹਨਾਂ ਦੀ ਪਤਨੀ ਨੇ ਮਾਤਾ ਜੀ ਨੇ ਆਖਿਆ ਵੀ ਤੁਸੀਂ ਦੁੱਧ ਲੈ ਕੇ ਜਾਓ, ਜੇ ਨਹੀਂ ਪ੍ਰਸਾਦਾ ਛਕਦੇ ਤੇ ਜਾ ਕੇ ਬੇਨਤੀ ਕਰੋ ਵੀ ਇਹ ਘਰੋਂ ਮੈਂ ਤਿਆਰ ਕਰਕੇ ਲੈ ਕੇ ਆਇਆ। ਤਾਂ ਫਿਰ ਜੋ ਭਾਈ ਮੋਤੀ ਰਾਮ ਮਹਿਰਾ ਉਹ ਦੁੱਧ ਗਰਮ ਕਰਕੇ ਲੈ ਕੇ ਜਾਂਦਾ ਹੈ। ਪਰ ਕਹਿੰਦੇ ਮੋਤੀ ਰਾਮ ਮਹਿਰਾ ਕਹਿੰਦਾ ਵੀ ਆਪਣੀ ਪਤਨੀ ਨੂੰ ਭਗਵਾਨ ਨੇ ਮੈਨੂੰ ਹੁਣ ਉਹ ਸਿਪਾਹੀ ਜਾਣ ਨਹੀਂ ਦੇਣਗੇ ਉੱਥੇ, ਕਿਉਂਕਿ ਸਖਤ ਪਹਿਰਾ। ਪਹਿਲਾਂ ਤਾਂ ਮੇਰਾ ਫਰਜ਼ ਸੀ, ਮੈਨੂੰ ਭੇਜਿਆ ਗਿਆ ਸੀ ਵੀ ਪਤਾ ਕਰਨਾ ਹੈ, ਪਰ ਹੁਣ ਮੈਨੂੰ ਨਹੀਂ ਜਾਣ ਦੇਣਗੇ। ਹੁਣ ਮੈਨੂੰ ਪੁੱਛਣਗੇ ਉਹ ਵੀ ਤੂੰ ਕਿਉਂ ਆਇਆ, ਇਹ ਆਉਣ ਦਾ ਕੋਈ ਟਾਈਮ ਨਹੀਂ ਹੈ। ਤੇ ਪਤਨੀ ਕਹਿੰਦੀ ਤੁਸੀਂ ਮੇਰੇ ਗਹਿਣੇ ਲੈ ਜਾਓ, ਇਹ ਗਹਿਣੇ ਫੜੋ, ਸਿਪਾਹੀ ਰੋਕੇਗਾ ਉਹਨੂੰ ਗਹਿਣੇ ਦੇ ਦੇਣਾ। ਮੋਤੀ ਰਾਮ ਮਹਿਰਾ ਦੁੱਧ ਲੈ ਕੇ ਆਉਂਦਾ। ਸਿਪਾਹੀ ਜਿਹੜੇ ਪਹਿਰੇ ਤੇ ਖਲੋਤੇ ਨੇ ਉਹਨਾਂ ਨੇ ਰੋਕ ਲਿਆ। ਰਾਤ ਬਤੇਰੀ ਹੋ ਗਈ ਸੀ। ਤਾਂ ਫਿਰ ਜੋ ਉਹ ਗਹਿਣੇ ਦਿੱਤੇ, ਉਹਨਾਂ ਨੇ ਆਖਿਆ ਮੋਤੀ ਰਾਮ ਮਹਿਰਾ ਤੂੰ ਸੁਣਿਆ? ਕਹਿੰਦੇ ਹਾਂ ਮੈਂ ਸੁਣਿਆ। ਵਜ਼ੀਰ ਖਾਨ ਨੇ ਇਹ ਨਗਰ ਦੇ ਵਿੱਚ ਹੋਕਾ ਦਿੱਤਾ ਹੈ ਜਿਹੜਾ ਵੀ ਗੁਰੂ ਲਾਲਾਂ ਦੀ, ਗੁਰੂ ਮਾਂ ਦੀ ਕੋਈ ਸੇਵਾ ਕਰੇਗਾ ਉਸਦੇ ਪਰਿਵਾਰ ਨੂੰ ਕੋਲੂ ਵਿੱਚ ਭੇਜ ਦਿੱਤਾ ਜਾਏਗਾ। ਤੂੰ ਸੁਣਿਆ ਹੈ ਨਾ? ਕਹਿੰਦੇ ਹਾਂ ਮੈਂ ਸੁਣਿਆ। ਫਿਰ ਆਪਣੀ ਜਾਨ ਜੋਖਮ 'ਚ ਕਿਉਂ ਪਾ ਰਿਹਾ? ਸਿਪਾਹੀ ਕਹਿੰਦੇ ਨੇ ਅਸੀਂ ਤਾਂ ਤੈਨੂੰ ਜਾਣ ਦੇਵਾਂਗੇ, ਕੋਈ ਗੱਲ ਨਹੀਂ, ਤੂੰ ਸਾਨੂੰ ਗਹਿਣੇ ਦੇ ਦਿੱਤੇ, ਪਰ ਤੂੰ ਆਪਣੀ ਜਾਨ ਜੋਖਮ 'ਚ ਕਿਉਂ ਪਾਉਣ ਲੱਗਿਆ? ਤੈਨੂੰ ਪਤਾ ਹੈ ਨਾ ਵੀ ਜਦੋਂ ਵਜ਼ੀਰ ਖਾਨ ਨੇ ਕਿਹਾ ਵੀ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਮਾਤਾ ਦੀ, ਗੁਰੂ ਮਾਤਾ ਦੀ ਅਤੇ ਸਾਹਿਬਜ਼ਾਦਾ ਦੀ ਕੋਈ ਸੇਵਾ ਕਰੇਗਾ ਅਤੇ ਉਹਦੇ ਪਰਿਵਾਰ ਨੂੰ ਕੋਲੂ ਵਿੱਚ ਭੇਜ ਦਿੱਤਾ ਜਾਏਗਾ, ਇਹ ਬਹੁਤ ਵੱਡੀ ਸਜ਼ਾ ਹੈ। ਕਹਿੰਦੇ ਹਾਂ ਮੈਂ ਸੁਣਿਆ, ਪਰ ਮੈਨੂੰ ਤੂੰ ਜਾਣ ਦੇ, ਮੈਂ ਦੁੱਧ ਦੀ ਸੇਵਾ ਕਰਨੀ। ਇਹ ਮੋਤੀ ਰਾਮ ਮਹਿਰਾ ਜੀ ਜਾ ਕੇ ਉੱਪਰ ਦੁੱਧ ਫਿਰ ਮਾਤਾ ਜੀ ਨੂੰ ਜਾ ਕੇ ਪਿਲਾਉਂਦੇ ਨੇ ਔਰ ਮਾਤਾ ਜੀ ਬੜੀ ਅਸੀਸਾਂ ਦਿੰਦੇ ਨੇ। ਉਸ ਤੋਂ ਬਾਅਦ ਫਿਰ ਆ ਜਾਂਦੇ ਹਨ। 3 ਰਾਤਾਂ ਮੋਤੀ ਰਾਮ ਮਹਿਰਾ ਨੇ ਠੰਡੇ ਬੁਰਜ ਵਿੱਚ, ਕਿਉਂਕਿ ਮਾਤਾ ਜੀ ਨੇ ਸਾਹਿਬਜ਼ਾਦਾ ਨੇ ਕੱਟੀਆਂ ਸਨ, ਔਰ 3 ਰਾਤਾਂ ਮੋਤੀ ਰਾਮ ਮਹਿਰਾ ਦੁੱਧ ਦੀ ਸੇਵਾ ਕਰਦਾ ਰਿਹਾ, ਆਪਣਾ ਸਭ ਕੁਛ ਕੁਰਬਾਨ ਕਰਕੇ। ਇੱਥੇ ਤੱਕ ਵੀ ਮੈਂ ਇਤਿਹਾਸਕਾਰ ਦਾ ਜ਼ਿਕਰ ਪੜ੍ਹ ਰਿਹਾ ਸੀ, ਉਹ ਕਹਿੰਦਾ ਹੈ, ਕਹਿੰਦੇ ਨੇ ਇਹ ਜਿਹੜੀ ਗੱਲ ਸੀ, ਜਿਹੜਾ ਕਿ ਦੀਵਾਨ ਟੋਡਰਮਲ ਸੀ, ਇਹ ਗੱਲ ਵੀ ਮੋਤੀ ਰਾਮ ਮਹਿਰਾ ਨੇ ਜਾ ਕੇ ਆਖੀ ਸੀ ਵੀ ਹੁਣ ਸਾਹਿਬਜ਼ਾਦਾ ਨੂੰ ਸ਼ਹੀਦ ਕਰ ਦਿੱਤਾ ਹੈ, ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ, ਅਤੇ ਹੁਣ ਆਪਾਂ ਕੀ ਕਰੀਏ? ਕਿਉਂਕਿ ਇਹ ਵੀ ਗੁਰੂ ਘਰ ਦੇ ਵਿੱਚ ਬੜੀ ਭਾਵਨਾ ਰੱਖਦਾ ਸੀ। ਵੈਸੇ ਇਹ ਜੈਨੀ ਪਰਿਵਾਰ ਵਿੱਚੋਂ ਸੀ, ਦੀਵਾਨ ਟੋਡਰਮਲ ਇਹ ਜੈਨੀ ਸੀ। ਇਹ ਦੀਵਾਨ ਟੋਡਰਮਲ ਹੈ ਨਾ, ਇਹ ਜੈਨੀ ਪਰਿਵਾਰ 'ਚੋਂ ਸੀ, ਪਰ ਗੁਰੂ ਘਰ ਦੇ ਨਾਲ ਪਿਆਰ ਕਰਦਾ ਸੀ, ਸ਼ਰਧਾ ਰੱਖਦਾ ਸੀ। ਅਤੇ ਜੋ ਭਾਈ ਮੋਤੀ ਰਾਮ ਮਹਿਰਾ ਕਿਉਂਕਿ ਪੱਕਾ ਸਿੱਖ ਸੀ, ਗੁਰੂ ਸਾਹਿਬ ਜੀ ਦਾ, ਗੁਰੂ ਘਰ ਦਾ ਸਿੱਖ ਸੀ ਪੱਕਾ ਹੈ, ਅਤੇ ਇਸ ਨੇ ਬੇਨਤੀ ਕੀਤੀ ਸੀ ਵੀ ਕੀ ਕੀਤਾ ਜਾਏ। ਫਿਰ ਦੀਵਾਨ ਟੋਡਰਮਲ ਨੇ ਭਾਈ ਮੋਤੀ ਰਾਮ ਮਹਿਰਾ ਦੇ ਨਾਲ ਸਲਾਹ ਕਰਕੇ, ਔਰ ਉਸ ਤੋਂ ਬਾਅਦ ਫਿਰ ਉਸਨੇ ਜਾ ਕੇ ਵਜ਼ੀਰ ਖਾਨ ਦੇ ਨਾਲ ਗੱਲ ਕੀਤੀ ਵੀ ਮੈਂ ਸੰਸਕਾਰ ਦੀ ਸੇਵਾ ਲਵਾਂਗਾ। ਅਤੇ ਵਜ਼ੀਰ ਖਾਨ ਨੇ ਆਖਿਆ ਵੀ ਜੋ ਸੰਸਕਾਰ ਤੇ ਕਰੇਗਾ, ਪਰ ਜਿਹੜੀ ਧਰਤੀ ਖਰੀਦਣੀ ਹੈ ਉਹ ਤੈਨੂੰ ਮੋਹਰਾਂ ਵਿਛਾ ਕੇ ਲੈਣੀ ਪਏਗੀ। ਬੜਾ ਕੁਛ ਕੁਰਬਾਨ ਕਰਕੇ ਦੀਵਾਨ ਟੋਡਰਮਲ ਨੇ ਉਹਨਾਂ ਦਿਨਾਂ ਦੇ ਵਿੱਚ ਉਹ ਸੰਸਕਾਰ ਕੀਤਾ। ਸੰਸਕਾਰ ਹੋਣ ਤੋਂ ਬਾਅਦ ਹੀ ਇੱਕ ਇੱਥੇ ਜੋ ਮਸੰਦ ਦੀ ਜ਼ਿਕਰ ਆਉਂਦਾ ਹੈ ਜਾਂ ਗੰਗੂ ਬ੍ਰਾਹਮਣ ਦਾ ਜ਼ਿਕਰ ਆਉਂਦਾ ਹੈ, ਉਹਦਾ ਭਰਾ ਉਹ ਵੀ ਇੱਥੇ ਲੰਗਰ ਦੇ ਵਿੱਚ ਲਾਂਗਰੀ ਦੀ ਸੇਵਾ ਕਰਦਾ ਹੈ। ਉਸਦਾ ਨਾਮ ਪੰਮਾ ਕਰਕੇ ਲਿਖਿਆ ਹੋਇਆ ਹੈ, ਮੈਂ ਪੜ੍ਹ ਰਿਹਾ ਸੀ। ਉਸ ਪੰਮੇ ਨੇ ਸ਼ਿਕਾਇਤ ਕੀਤੀ ਹੈ ਵਜ਼ੀਰ ਖਾਨ ਨੂੰ ਕਿ ਮੋਤੀ ਰਾਮ ਮਹਿਰਾ ਨੇ ਗੁਰੂ ਮਾਤਾ ਅਤੇ ਸਾਹਿਬਜ਼ਾਦਾ ਨੂੰ ਦੁੱਧ ਪਿਲਾਇਆ ਔਰ ਤੇਰੇ ਹੁਕਮ ਦੀ ਅਣਦੇਖੀ ਕੀਤੀ ਹੈ। ਜਦੋਂ ਇਹ ਸ਼ਿਕਾਇਤ ਹੋਈ, ਉੱਧਰ ਸੰਸਕਾਰ ਹੋ ਰਿਹਾ, ਦੂਜੇ ਪਾਸੇ ਉਹਨੇ ਸ਼ਿਕਾਇਤ ਕੀਤੀ ਹੈ, ਔਰ ਸ਼ਿਕਾਇਤ ਹੋਣ ਤੋਂ ਬਾਅਦ ਭਾਈ ਮੋਤੀ ਰਾਮ ਮਹਿਰਾ ਨੂੰ ਫੜ ਲਿਆ ਗਿਆ ਹੈ, ਔਰ ਸਭ ਤੋਂ ਪਹਿਲਾਂ ਕਚਹਿਰੀ ਵਿੱਚ ਪੇਸ਼ ਕਰਕੇ ਆਖਿਆ ਗਿਆ ਕਿ ਇਸਲਾਮ ਕਬੂਲ ਕਰ ਲੈ। ਮੈਨੂੰ ਤਾਂ ਹੁਣ ਪਤਾ ਚੱਲਿਆ ਤੂੰ ਸਿੱਖ ਹੈ,
क्योंकि इन्हूं पता नहीं सी भी ये सिख है, क्योंकि उस तरह जदों नौकरियां मिलदियां सन तो कोई भी जाके अपनी नौकरी वास्ते बेनती करता सी ते इसनूं नौकरी उत्थे मिली हुई सी भाई मोती राम मेहरा नूं। ते मैनूं पता चलिया तू सिख है, कहंदे हाँ मैं सिख हाँ। ते सिख है या तो तू इस्लाम कबूल कर लै, नहीं तैनूं पता ही है कि मैं ऐलान किया सी भी जिहड़ा भी गुरु माँ दी अते साहिबजादा दी सेवा करेगा उन्होंने कोल्लू विच पीड़ दिता जाएगा। सरहंद दे तेलियां वाले मोहल्ले विच इतिहासकार ने लिखा तेलियां वाला एक मोहल्ला हुंदा सी जिथे तेलियां दे कोल्लू हुंदे सन, तेल पीड़िया जांदा सी। उत्थे पूरे परिवार नूं बन के माता लद्धो इसदा 6-7 सालां दा पुत्तर इसदी पत्नी बीबी भोली ते आप मोती राम मेहरा नूं इसदे सामने खड़ा करके सब तो पहलां दे पुत्तर नूं कोल्लू विच पीड़िया गया। ते जदों कोल्लू विच पीड़िया गया तो उस वेले मोती राम मेहरा दे मन विच यही सी भी गुरु पिता जी दे साहिबजादे 6 साल 14 दिन की उम्र दे विच सब तो छोटा साहिबजादा सरन दी नीआं विच खड़ गया। ये भी तो गुरु साहब दा ही लाल है। अंदर दी भावना बन गई। ये सादतां प्यारिओ एवें नहीं हुंदियां, जो एक भावना बन जाए भी ये मेरे नहीं, ये गुरु साहब दे लाल ने, गुरु साहब दी दित्ती दात है। उस भावना विच अखां नाल देखदा रहा ते जिहड़ा कि तेल कड्ढण वाला कहंदे थल्ले भांडा रखिया हुंदा सी वो खून नाल भर गया। पूरे शरीर नूं मिज बन गया, जिवें खल दी थां ते मिज सारा हड्डियां चुड़ चुड़ करके, और बच्चे नूं उन्हां ने कोल्लू विच पीड़ के शहीद कर दिता। उस तो बाद माता नूं, माता लद्धो नूं, बीबी भोली नूं और बाद दे अंदर मोती राम मेहरा नूं भी कोल्लू विच पीड़ के शहीद कर दिता। ये सारी जदों घटना सरन दे विच बढ़ती और जदों नूरा माही एक खबर लैन वास्ते इत्थे आया और ये खबर नूरा माही ने सारी सुनी भी इस तरह मोती राम मेहरा गुरु का सिख सी, उसने गुरु लाला ताई दुध की सेवा की। उसनों इस तरह बड़ी बेरहमी नाल तेलियां वाले मुहल्ले के अंदर तेलियां दे कोल्लू विच पेड़ के सारे परिवार नूं शहीद कर दिता। ये सारी वार्ता भी जिहड़ी जाके नूरा माही ने गुरु गोबिंद सिंह महाराज नूं सुनाई सी। अपने साहिबजादियां दी गाथा सुन के, मोती राम मेहरा की गाथा सुन के साहिब ने कही दा बूटा पुट के आख्या सी इतना इंतहा जुलम दा कि हुण मुगलों की जड़ पट्टी गई। ये उस भाई मोती राम मेहरा का इतिहास है जो दास ने खोजबीन की है, जो साढ़े पुरातन स्रोत ने उन्हां विचों मैं यतन किया कि मैं लभ के, पहला मैं भी नहीं सी पढ़िया, मैं बेकार कमा, इस बारी मैं पढ़िया मोती राम मेहरा का पूरा इतिहास की है, किदां किदां गुरु घर नाल जुड़िया की रहा। क्यों पहला तो इतना ही पता सी भी मोती राम मेहरा उत्थे लांगरी हुंदा सी ते उन्हें दुध पिलाया, इतनी की गल पता सी। शायद थानू भी इतनी की पता होएगी मेरे ख्याल से, इस तो ज़्यादा तो जो, क्योंकि दास नूं इन्नी की पता सी कि मोती राम मेहरा उत्थे रहिंदा सी, उहदे लांगरी सी ते उन्हें दुध पिलाया सी। पर जदों मैं इस कड़ी नूं देखिया भी इहदा इतिहास की है पिछे, इतनी बड़ी सेवा जिस बंदे नूं पता होवे भी मेरे परिवार नूं कोल्ले विच पीड़ दिता जाएगा, वो कोई तो खास संबंध गुरु घर नाल रखदा होएगा। इतनी बड़ी कुर्बानी, गुरबाणी दे इन्हां पंक्तियां तो पूरे उतरते जिन गुरमुख नाम तिहाया आए ते परवान नानक कुल उधारे आपना दरगाह पावै मान। इसका पूरा परिवार पिता शहीद ने आनंदपुर साहब दे विच जंग लड़ते हुए अपना आप शहीद है। इन्हां दे चाचा भाई हिम्मत सिंह पंज प्यारिਆਂ विचों शहीद ने। तो ये उन्हां मरजीवड़ियां दी गाथा है जिन्हां ने अपना आप कुर्बान किया। अज भाई मोती राम मेहरा का सादत का दिहाड़ा है, मैं उन्होंने कोट कोट नमन करना है और गुरु साहब के चरनां च अरदास है महाराज ऐसे सिदकी सिख जो अमर शहीदी बाबा मोती राम मेहरा नूं प्राप्त हुई और जो सिदक विच रह के उन्होंने सेवा की गुरु महाराज जी, इस तरह की सेवा का बल उदम खालसे पंथ नूं बख्शिओ कि खालसा पंथ हमेशा चढ़दी कला विच रहे। संगतां जिहड़ियां सच्ची मुच्ची गुरु नूं सच्चा प्यार करते हुए दिलों मुहब्बत जिन सही सच्चा दे मार्ग ते चलन ताकि साडा सबना दा जीवन सफला होवे। अज इतनियां बेनतियां प्रवान, आओ आनंद साहब का पाठ करांगे। सरबत दे भले लई अरदास भी शामिल हो। सत श्री अकाल। वाहिगुरु जी का खालसा, वाहिगुरु जी की फतेह।
राम कली महला तीजा आनंद को ओंकार सतगुर प्रसाद आनंद पया मेरी माए सतगुरु मैं पाया। सतगुर तां पाया सहज सेती मन वजियां बाधाइयां। राग रतन परवार परियां शब्द गावणी आईयां। शब्दोत गाओ हरि केरा मन जिनी वसाया। नानक आनंद होवा सतगुरु मैं पाया। हे मन मेरे तू सदा रहो हर नाले। हर नाल रहो तू मन मेरे दुख सब विसारना। अंगीकार ओ करे तेरा कारज सब सवारना। सबना गल्लां समझ स्वामी सो क्यों मनो विसारे। कहे नानक मन मेरे सदा रहो हर नाले। साचे साहिबा क्या नहीं करते रे। करता तेरे सब कुछ है जिदे सो पाए। सदा सिर सलाह तेरी नाम मन वसावे। नाम जिनके मन वस्या वाजे शब्द कनेरे। कहे नानक सच्चे साहिब क्या नहीं करते रे। साचा नाम मेरा आधारो साच नाम। आधार मेरा जिन भुखा सब गवाइयां। शांत सुगमन आय वसिया जिन इच्छा सब पुजाइयां। सदा कुर्बान किता गुर विटो जिस दियां ए वडियाइयां। कह नानक सुनो संतो शब्द तरो प्यारो। साचा नाम मेरा आधारो वाजे। पंज शब्द तित घर सुभागे शब्द वाजे कला जित कर तारिया। जो तुद वस कीते काल कंटक मारिया। गुर करम पाया तु जिनको से नाम हर के लागे। कह नानक तैं सुख होवा तित कर अनहद बाजे। आनंद सुनो बड़ भागियो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची बाणी। संत साजन पहे सरसे पूरे गुर ते जानी। सुनते पुनीत कहते पवित्र सतगुर रहा भरपूरे। गुणवंत नानक गुर चरण लागे बाजे अनहद तूरे। सुनते पुनीत कहते पवित्र सतगुर रहा भरपूरे। बिनवंत नानक गुर चरण लागे बाजे अनहद तूरे। वाहिगुरु जी का खालसा वाहिगुरु जी की फतेह। तू ठाकुर तुम पै अरदास जियो पिंड सब तेरी रास। तुम मात पिता हम बारक तेरे तुमरी कृपा में